ਵੈਲਕਮ ਟੂ ਗੁਰੂਕੁਲ ਚੰਡੀਗੜ੍ਹ। ਮੈਂ ਹਾਂ ਤੁਹਾਡਾ ਦੋਸਤ ਮਨੀਸ਼। ਈਟੀਟੀ ਦੇ ਆਨਲਾਈਨ ਲਾਈਵ ਸੈਸ਼ਨ 'ਚ ਤੁਹਾਡਾ ਸਵਾਗਤ ਹੈ। ਦੇਖੋ ਈਟੀਟੀ ਜਿਵੇਂ ਕਿ ਤੁਸੀਂ ਜਾਣਦੇ ਹੋ ਆਲਰੇਡੀ ਉਹਨੇ ਫਾਰਮ ਫਿਲਿੰਗ ਡੇਟ ਵਧਾ ਦਿੱਤੀ, ਠੀਕ ਹੈ। ਨੰਬਰ ਆਫ ਪੋਸਟਾਂ ਵੀ ਇਨਕਰੀਜ਼ ਕਰ ਦਿੱਤੀਆਂ। ਪੇਪਰ ਲੈਣ ਜਾ ਰਹੇ ਨੇ, ਰਿਟਨ ਪੇਪਰ ਹੋਏਗਾ ਆਬਜੈਕਟਿਵ ਟਾਈਪ। ਸਬਜੈਕਟਸ ਆਲਮੋਸਟ ਤੁਹਾਨੂੰ ਪਤਾ ਹੈ, ਪੰਜਾਬੀ, ਹਿੰਦੀ, ਇੰਗਲਿਸ਼, ਮੈਥਸ ਤੇ ਸਮਾਜਿਕ ਸਿੱਖਿਆ ਯਾਨੀ ਕਿ ਸੋਸ਼ਲ ਸਟੱਡੀ। ਹੁਣ ਬਹੁਤ ਸਾਰੇ ਬੱਚਿਆਂ ਦੇ ਮਾਈਂਡ ਦੇ ਵਿੱਚ ਜਿਵੇਂ ਕਿ ਆਲਰੇਡੀ 2 ਬੈਚ ਚੱਲਦੇ ਪਏ, ਤੀਜਾ ਆਨਲਾਈਨ ਲਾਈਵ ਬੈਚ ਸ਼ੁਰੂ ਕਰਨ ਜਾ ਰਿਹਾ। ਬੱਚਿਆਂ ਦੇ ਮਾਈਂਡ ਦੇ ਵਿੱਚ ਇਹ ਕਿ ਪੜ੍ਹਨਾ ਕੀ ਆ, ਲੈਵਲ ਕੀ ਰਹੇਗਾ ਐਗਜ਼ਾਮ ਦਾ, ਤਾਂ ਡੈਫੀਨੇਟਲੀ ਉਹਨਾਂ ਨੇ ਉੱਥੇ ਦੱਸ ਰੱਖਿਆ ਹੈ ਕਿ ਬਈ 10th ਤੱਕ ਦਾ ਲੈਵਲ ਆਪਣਾ ਰਹੇਗਾ। ਸਟੱਡੀ ਮਟੀਰੀਅਲ ਪੂਰਾ ਗੁਰੂਕੁਲ ਪ੍ਰੋਵਾਈਡ ਕਰੇਗਾ। ਡੇਲੀ ਲਾਈਵ ਕਲਾਸਿਸ ਅਸੀਂ ਚਲਾ ਰਹੇ ਆ। ਲਾਈਵ ਕਲਾਸਿਸ ਰਿਕਾਰਡਡ ਦੀ ਲਾਈਵ ਕਲਾਸਿਸ ਦਾ ਬੈਨੀਫਿਟ ਇਹ ਆ ਕਿ ਦੇਖੋ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਹੋ। ਕਿਸੇ ਟੌਪਿਕ ਤੇ ਨਹੀਂ ਸਮਝ ਆਇਆ, ਆਪਾਂ ਦੁਬਾਰਾ ਉਸ ਚੀਜ਼ ਨੂੰ ਰਿਪੀਟ ਕਰਦੇ ਹਾਂ। ਅੱਜ ਜਿਵੇਂ ਕਿ ਸਮਾਜਿਕ ਸਿੱਖਿਆ ਦਾ ਆਪਣਾ ਸਬਜੈਕਟ ਨਾਗਰਿਕ ਸ਼ਾਸਤਰ ਦਾ ਪਹਿਲਾ ਟੌਪਿਕ ਪ੍ਰਸਤਾਵਨਾ ਯਾਨੀ ਕਿ ਪ੍ਰੀਐਮਬਲ ਦਾ ਮੈਂ ਦੱਸਾਂਗਾ ਕਿ ਕਿਸ ਤਰ੍ਹਾਂ ਆਪਾਂ ਤਿਆਰ ਕਰਦੇ ਹਾਂ, ਕੀ ਪੜ੍ਹਨਾ ਉਹਦੇ ਵਿੱਚੋਂ, ਤੇ ਅਸੀਂ ਲਾਈਵ ਕਲਾਸਿਸ ਕਿੱਦਾਂ ਜੁਆਇਨ ਕਰਦੇ। ਜਿਵੇਂ ਤੁਸੀਂ ਮੈਨੂੰ ਦੇਖ ਪਾ ਰਹੇ ਹੋ ਸੇਮ ਇਸੇ ਤਰੀਕੇ ਨਾਲ ਆਪਣੀਆਂ ਕਲਾਸਿਸ ਚੱਲਣਗੀਆਂ। ਨਾਲ ਦੇ ਨਾਲ ਤੁਸੀਂ ਸਾਨੂੰ ਮੈਸੇਜ ਡ੍ਰੌਪ ਕਰ ਸਕਦੇ ਹੋ। ਉਹ ਪੂਰਾ ਦਾ ਪੂਰਾ ਪਲੇਟਫਾਰਮ ਪ੍ਰੋਵਾਈਡ ਕਰਾਂਗੇ ਤਾਂ ਕਿ ਤੁਸੀਂ ਆਪਣੇ ਡਾਊਟਸ ਨਾਲ ਦੇ ਨਾਲ ਕਲੀਅਰ ਕਰੋ। ਤਾਂ ਇਹ ਨਹੀਂ ਕਿ ਮਟੀਰੀਅਲ ਪ੍ਰੋਵਾਈਡ ਕਰ ਦਿੱਤਾ, ਰਿਕਾਰਡਡ ਲੈਕਚਰ ਪ੍ਰੋਵਾਈਡ ਕਰ ਦਿੱਤੇ। ਹਾਂ, ਅਗਰ ਲੈਕਚਰ ਮਿਸ ਹੁੰਦਾ ਤੇ ਡੈਫੀਨੇਟਲੀ ਉਹ ਦੁਬਾਰਾ ਤੁਸੀਂ ਰਿਕਾਰਡਡ ਦੇਖ ਸਕਦੇ ਹੋ, ਬਟ ਰਹੇਗਾ ਲਾਈਵ ਦਾ ਲਾਈਵ ਲੈਕਚਰ। ਜਿੰਨੀਆਂ ਵੀ ਕਲਾਸਿਸ ਪ੍ਰੋਵਾਈਡ ਹੋਣਗੀਆਂ ਸਾਰੀਆਂ ਲਾਈਵ ਹੋਣਗੀਆਂ। ਹੁਣ ਫਾਈਨਲੀ ਆਪਾਂ ਸਟਾਰਟ ਕਰਦੇ ਹਾਂ। ਜਿਵੇਂ ਕਿ ਪਹਿਲਾ ਟੌਪਿਕ ਪ੍ਰੀਐਮਬਲ ਕਿਸ ਲੈਵਲ ਤੱਕ ਕਰਨਾ। ਇਹ ਨਹੀਂ ਕਿ ਆਪਾਂ ਇੰਡੀਅਨ ਪੋਲਿਟੀ ਯਾਨੀ ਕਿ ਸਿਵਿਕਸ ਕੀ ਸਾਰੀ ਪੜਾਂਗੇ, ਨਹੀਂ। ਮੈਂ ਕਿਹਾ ਪਹਿਲੇ ਉਹਨਾਂ ਨੇ ਐਗਜ਼ਾਮ ਦਾ ਲੈਵਲ ਦੱਸਿਆ 10ਵੀਂ ਤੱਕ, ਫਾਲਤੂ ਚੀਜ਼ਾਂ ਆਪਾਂ ਨੂੰ ਪੜ੍ਹਨ ਦੀ ਲੋੜ ਨਹੀਂ। ਐਗਜ਼ਾਮ ਦੇ ਅਕੋਰਡਿੰਗ ਆਪਾਂ ਤਿਆਰੀ ਕਰਕੇ ਚੱਲਾਂਗੇ। ਤੇ ਪਹਿਲਾ ਟੌਪਿਕ ਯਾਨੀ ਕਿ ਆਪਾਂ ਪ੍ਰਸਤਾਵਨਾ ਪ੍ਰੀਐਮਬਲ ਸ਼ੁਰੂ ਕਰਦੇ ਹਾਂ। ਕੀ ਚੀਜ਼ਾਂ ਹੁੰਦੀਆਂ ਉਹ ਸਾਰਾ ਦੇਖਦੇ ਹਾਂ। ਪਹਿਲਾ ਪਾਰਟ ਯਾਨੀ ਕਿ ਪ੍ਰੀਐਮਬਲ ਪ੍ਰਸਤਾਵਨਾ। ਪ੍ਰਸਤਾਵਨਾ ਦੇਖੋ, ਸਭ ਤੋਂ ਪਹਿਲੇ ਬੱਚੇ ਦੇ ਮਾਈਂਡ 'ਚ ਆਉਂਦਾ ਕਿ ਇਹਦਾ ਮਤਲਬ ਕੀ ਆ। ਪ੍ਰੀਐਮਬਲ ਦਾ ਮਤਲਬ ਇੰਟਰੋਡਕਸ਼ਨ, ਕਿਸ ਦੀ, ਸਾਡੇ ਸੰਵਿਧਾਨ ਦੀ, ਕਨਸਟੀਟਿਊਸ਼ਨ ਦੀ ਇੰਟਰੋਡਕਸ਼ਨ। ਜਾਂ ਫਿਰ ਆਪਾਂ ਜਿਸ ਤਰੀਕੇ ਨਾਲ ਇੱਕ ਕਿਤਾਬ ਦੇ ਵਿੱਚ ਪ੍ਰੀਫੇਸ ਹੁੰਦਾ ਉਸੇ ਤਰੀਕੇ ਨਾਲ ਸਾਡੇ ਕਨਸਟੀਟਿਊਸ਼ਨ ਦਾ ਕੀ ਆ, ਇਹ ਪ੍ਰੀਫੇਸ ਆ। ਕੁਝ ਕਨਸਟੀਟਿਊਸ਼ਨਲ ਐਕਸਪਰਟ ਨੇ ਇਹਨੂੰ ਆਇਡੈਂਟੀ ਕਾਰਡ ਦਾ ਵੀ ਨਾਮ ਦਿੱਤਾ। ਕਿਸ ਚੀਜ਼ ਦਾ? ਕਿ ਇਹ ਆਇਡੈਂਟੀ ਕਾਰਡ ਹੈ, ਕਿਸ ਦਾ? ਸਾਡੇ ਸੰਵਿਧਾਨ ਦਾ ਆਇਡੈਂਟੀ ਕਾਰਡ ਆਫ ਕਨਸਟੀਟਿਊਸ਼ਨ। ਇਸ ਚੀਜ਼ ਨੂੰ ਯਾਦ ਰੱਖਿਓ। ਹੁਣ ਦੇਖੋ, ਮੈਂ ਕਿਹਾ ਕਿ ਇੰਡੀਅਨ ਪੋਲਿਟੀ ਯਾਨੀ ਕਿ ਸਿਵਿਕਸ ਆਪਾਂ ਪੂਰਾ ਡਿਟੇਲ ਡੀਪ ਦੇ ਵਿੱਚ ਨਹੀਂ ਜਾਣ ਦੀ ਜ਼ਰੂਰਤ। ਆਪਣਾ 10ਵੀਂ ਤੱਕ ਆਪਾਂ ਉਨਾ ਕੁ ਹੀ ਪੜ੍ਹ ਕੇ ਜਾਣਾ ਹੈ। ਦੂਸਰਾ, ਸੁਪਰੀਮ ਕੋਰਟ ਦੇ ਮੁਤਾਬਿਕ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜੇ ਕਨਸਟੀਟਿਊਸ਼ਨ ਮੇਕਰ ਸੀ ਉਹਨਾਂ ਦੇ ਮਾਈਂਡ ਦੇ ਵਿੱਚ ਸੰਵਿਧਾਨ ਨੂੰ ਲੈ ਕੇ ਕੀ ਚੱਲਦਾ ਪਿਆ ਸੀ, ਉਹ ਸਾਰਾ ਕਿਹਦੇ ਵਿੱਚ ਪ੍ਰਗਟਾਇਆ ਗਿਆ ਆ, ਉਹ ਆਪਣੇ ਪ੍ਰੀਐਮਬਲ ਦੇ ਵਿੱਚ। ਠੀਕ ਹੈ। ਉਹਨਾਂ ਦੇ ਆਬਜੈਕਟਿਵ ਕੀ ਸੀ, ਸੰਵਿਧਾਨ ਸਭਾ ਦਾ ਗੋਲਸ ਕੀ ਸੀ, ਆਬਜੈਕਟਿਵ ਕੀ ਸੀ, ਮਤਲਬ ਸੰਵਿਧਾਨ ਦੇ ਵਿੱਚ ਐਡਮਿਨਿਸਟ੍ਰੇਸ਼ਨ ਲਈ ਜਾਂ ਸਾਡੇ ਲਈ ਕੀ ਚੀਜ਼ਾਂ ਪ੍ਰੋਵਾਈਡ ਕੀਤੀਆਂ, ਉਹ ਸਭ ਕੁਝ ਕਿਹਦੇ ਵਿੱਚ ਆ, ਸਾਡੇ ਪ੍ਰੀਐਮਬਲ ਦੇ ਵਿੱਚ ਆ। ਤੇ ਇਸ ਪ੍ਰੀਐਮਬਲ ਨੂੰ ਆਪਾਂ 4 ਹਿੱਸਿਆਂ ਦੇ ਵਿੱਚ ਡਿਵਾਈਡ ਕਰਕੇ ਪੜਾਂਗੇ। ਉਸ ਤੋਂ ਬਾਅਦ ਕੋਈ ਵੀ ਆਪਣਾ ਕੁਐਸਚਨ ਨਹੀਂ ਰੁਕੇਗਾ। ਮਤਲਬ ਤੁਹਾਨੂੰ ਪਤਾ ਲੱਗ ਜਾਏਗਾ ਕਿ ਵਾਕਈ ਪ੍ਰੀਐਮਬਲ ਦੇ ਵਿੱਚ ਹੈ ਕੀ ਆ। ਕੁਝ ਛੋਟੀਆਂ ਜਿਹੀਆਂ 2 ਚੀਜ਼ਾਂ, ਜਾਣੀ ਕਿ ਜਿਵੇਂ ਕਿ ਆਪਾਂ ਪ੍ਰੀਐਮਬਲ ਦਾ ਆਈਡੀਆ ਲਿਆ ਕਿੱਥੋਂ ਆ। ਪ੍ਰੀਐਮਬਲ ਦਾ ਆਈਡੀਆ ਸਾਡੇ ਮਨ ਦੇ ਵਿੱਚ USA ਯਾਨੀ ਕਿ ਅਮਰੀਕਾ ਤੋਂ ਆਇਆ ਸੀਗਾ। ਠੀਕ ਹੈ। ਅਮਰੀਕਾ ਇੱਕ ਪਹਿਲਾ ਕਨਸਟੀਟਿਊਸ਼ਨ ਸੀ ਜਿਹੜਾ ਕਿ ਸਟਾਰਟ ਕਿਤੇ ਤੋਂ ਹੋ ਰਿਹਾ, ਆਪਣਾ ਪ੍ਰੀਐਮਬਲ ਤੋਂ ਸਟਾਰਟ ਹੋ ਰਿਹਾ। ਉਸ ਤੋਂ ਬਾਅਦ ਇਹਦੀ ਲੈਂਗੁਏਜ ਕਿੱਥੋਂ ਲਈ ਗਈ, ਲੈਂਗੁਏਜ ਦੀ ਜੇਕਰ ਗੱਲ ਕਰੀਏ, ਇਹਦੀ ਲੈਂਗੁਏਜ ਭਾਸ਼ਾ ਕਿੱਥੋਂ ਲਈ ਗਈ, ਉਹ ਆਸਟ੍ਰੇਲੀਆ ਤੋਂ ਲਈ ਗਈ ਸੀ। ਇਹ ਇਸ ਤਰੀਕੇ ਦੇ ਕੁਝ ਛੋਟੇ ਪੁਆਇੰਟਸ ਨੇ ਜਿਨ੍ਹਾਂ ਨੂੰ ਆਪਾਂ ਕਵਰ ਅਪ ਕਰਕੇ ਚੱਲਾਂਗੇ। ਮੈਂ ਦੱਸਿਆ ਜ਼ਿਆਦਾ ਡੀਪ ਆਪਾਂ ਨੂੰ ਪੜ੍ਹਨ ਦੀ ਲੋੜ ਨਹੀਂ। ਤੁਹਾਡਾ 10ਵੀਂ ਦਾ ਲੈਵਲ ਬਸ ਉੱਥੇ ਤੱਕ ਰੱਖ ਕੇ ਚਲੋ। ਸਟੱਡੀ ਮਟੀਰੀਅਲ ਸਾਰਾ ਨੋਟਸ ਜਿਵੇਂ ਟੌਪਿਕ ਖਤਮ ਹੁੰਦਾ ਨਾਲ ਦੇ ਨਾਲ ਆਪਾਂ ਬੱਚਿਆਂ ਨੂੰ ਪ੍ਰੋਵਾਈਡ, ਤੇ ਟੌਪਿਕ ਦਾ ਟੈਸਟ ਵੀ ਡੇਲੀ ਉਹੀ ਪ੍ਰੋਵਾਈਡ ਹੋਊਗਾ ਆਪਾਂ ਨੂੰ। ਹੁਣ ਅੱਗੋਂ ਦੇਖਦੇ ਹਾਂ ਕਿ 4 ਪਾਰਟਸ ਕਿਹੜੇ ਨੇ ਪ੍ਰੀਐਮਬਲ, ਮਤਲਬ ਇਹਨੂੰ ਕਿੱਦਾਂ ਆਪਾਂ ਸਮਝੀਏ, ਪੂਰੇ ਪਾਰਟਸ ਨੂੰ ਕਿੱਦਾਂ ਕਵਰ ਅਪ ਕਰੀਏ ਅੱਗੇ ਦੇ। ਜਿਵੇਂ ਕਿ ਮੈਂ ਦੱਸਿਆ ਸੀ, ਪ੍ਰਸਤਾਵਨਾ ਯਾਨੀ ਕਿ ਪ੍ਰੀਐਮਬਲ, ਇਹ ਰਿਹਾ ਪੂਰਾ ਦਾ ਪੂਰਾ ਆਪਣਾ ਪ੍ਰੀਐਮਬਲ। ਤੁਸੀਂ ਇੱਥੋਂ ਦੇਖ ਸਕਦੇ ਹੋ, ਇਹਨੂੰ ਆਪਾਂ 4 ਹਿੱਸਿਆਂ 'ਚ ਡਿਵਾਈਡ ਕਰਕੇ ਚੱਲਾਂਗੇ। ਪਹਿਲਾ ਪਾਰਟ ਸਾਨੂੰ ਕੀ ਦੱਸਦਾ ਪਿਆ, ਵੀ ਦਾ ਪੀਪਲ ਆਫ ਇੰਡੀਆ, ਯਾਨੀ ਕਿ ਪ੍ਰੀਐਮਬਲ ਕਿੱਥੋਂ ਸ਼ੁਰੂ ਹੋਇਆ, ਅਸੀਂ ਭਾਰਤ ਦੇ ਲੋਕ। ਇਹ ਕੀ ਆਪਣੇ ਨੂੰ ਦੱਸਦਾ, ਸੋਰਸ ਆਫ ਅਥਾਰਟੀ ਆਫ ਦੀ ਕਨਸਟੀਟਿਊਸ਼ਨ, ਯਾਨੀ ਕਿ ਸੰਵਿਧਾਨ ਨੂੰ ਅਥਾਰਟੀ ਕਿੱਥੋਂ ਮਿਲੀ, ਆਪਣੇ ਕੋ ਵੀ ਦੀ ਪੀਪਲ ਆਫ ਇੰਡੀਆ, ਯਾਨੀ ਕਿ ਅਸੀਂ ਭਾਰਤ ਦੇ ਲੋਕਾਂ ਤੋਂ ਸੰਵਿਧਾਨ ਨੂੰ ਅਥਾਰਟੀ ਮਿਲੀ। दूसरा पार्ट अपने को किया था ट्रिपल एसडीआर, यानी कि सोवरन, सोशलिस्ट, सैकुलर ते डेमोक्रेटिक एंड रिपब्लिक। ट्रिपल एसडीआर पंजाबी च देखिए, सोवरन का मतलब है प्रभुसत्ता, सोशलिस्ट का मतलब संपन्न समाजवादी, सैकुलर का मतलब धर्मनिरपक्ष, डेमोक्रेटिक यानी कि प्रजातंत्री, रिपब्लिक मतलब गणराज। ਇਹ ਸਾਨੂੰ ਕੀ ਦੱਸਦਾ, ਇਹਦਾ ਮਤਲਬ ਹੈ ਨੇਚਰ ਆਫ ਦੀ ਸਟੇਟ, ਕਿ ਜਿਹੜਾ ਆਪਾਂ ਸਟੇਟ ਯਾਨੀ ਕਿ ਭਾਰਤ, ਜਿਹੜਾ ਆਪਾਂ ਇੰਡੀਆ ਆ, ਉਹਦਾ ਨੇਚਰ ਕੀ ਹੋਊਗਾ, ਉਸ ਕੰਟਰੀ ਦਾ ਕਿਸ ਤਰੀਕੇ ਦਾ ਰਹੇਗਾ। ਉਹ ਸੋਵਰਨ ਹੋਏਗੀ, ਸੋਸ਼ਲਿਸਟ ਹੋਏਗੀ, ਠੀਕ ਹੈ, ਧਰਮ ਨਿਰਪੱਖ ਰਹੇਗੀ, ਪ੍ਰਜਾਤੰਤਰੀ ਰਹੇਗੀ ਤੇ ਗਣਰਾਜ ਰਹੇਗੀ। ਉਸ ਤੋਂ ਬਾਅਦ ਆਪਣਾ ਤੀਸਰਾ ਪਾਰਟ ਆਂਦਾ ਹੈ
ਆਬਜੈਕਟਿਵ ਤੇ ਗੋਲ। ਆਬਜੈਕਟਿਵ ਗੋਲ ਕੀ ਨੇ? ਮਤਲਬ ਇਸ ਸੰਵਿਧਾਨ ਦੇ ਵਿੱਚ ਜਿਸ ਤਰ੍ਹਾਂ ਮੈਂ ਕਿਹਾ ਕਿ ਇੰਟਰੋਡਕਸ਼ਨ ਦਿੰਦਾ ਪਿਆ ਸੰਵਿਧਾਨ ਦੇ ਬਾਰੇ, ਇਹਦੇ ਵਿੱਚ ਸਾਡਾ ਮੂਲ ਸਿਧਾਂਤ ਕੀ ਰਹੇਗਾ? ਪਹਿਲਾ ਆਪਣੇ ਕੋ ਕੀ ਹੁੰਦਾ ਕਿ ਅਸੀਂ ਇਸ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਯਾਨੀ ਕਿ ਟੂ ਸਿਕਿਉਰ ਆਲ ਦੀ ਸਿਟੀਜ਼ਨ ਜਸਟਿਸ ਸੋਸ਼ਲ ਇਕਨੋਮਿਕ ਤੇ ਪੋਲੀਟੀਕਲ ਯਾਨੀ ਕਿ ਰਾਜਨੀਤਿਕ ਆਰਥਿਕ ਤੇ ਸਮਾਜਿਕ ਨਿਆਂ ਦਵਾਵਾਂਗੇ। ਦੂਸਰਾ ਲਿਬਰਟੀ ਆਫ ਥਾਟਸ ਐਕਸਪ੍ਰੈਸ਼ਨ ਬਿਲੀਫ ਫੇਥ ਐਂਡ ਵਰਸ਼ਿਪ ਯਾਨੀ ਕਿ ਵਿਚਾਰ ਪ੍ਰਗਟਾਉਣ ਵਿਸ਼ਵਾਸ ਧਰਮ ਤੇ ਉਪਾਸਨਾ ਦੀ ਸੁਤੰਤਰਤਾ ਰਹੇਗੀ। ਤੀਜਾ ਆਪਣੇ ਕੋ ਕੀ ਆ ਰਿਹਾ? ਇਕੁਐਲਿਟੀ ਆਫ ਦੀ ਸਟੇਟਸ ਐਂਡ ਓਪਰਚੁਨਿਟੀ ਬਰਾਬਰ ਦਾ ਰਾਈਟ ਸਾਰਿਆਂ ਨੂੰ ਇਕੁਐਲਿਟੀ ਜਿਵੇਂ ਕਿ ਮੌਲਿਕ ਅਧਿਕਾਰ ਦੇ ਵਿੱਚ ਆਪਾਂ ਨੂੰ ਇਕੁਅਲ ਓਪਰਚੁਨਿਟੀਜ਼ ਆ ਆਰਟੀਕਲ 14 ਤੋਂ ਸ਼ੁਰੂ ਹੋਈ ਦੀਆਂ ਆਪਣੀਆਂ ਇਕੁਐਲਿਟੀ ਉਹ ਸਾਰਾ ਇਹਦੇ ਵਿੱਚ ਆਪਾਂ ਦੇਖਿਆ। ਉਸ ਤੋਂ ਬਾਅਦ ਕਿਸ ਲੈਵਲ ਤੇ? ਪ੍ਰਤਿਸ਼ਠਾ ਦੇ ਅਵਸਰ ਦੀ ਸਮਾਨਤਾ ਪ੍ਰਾਪਤ ਕਰਾਉਣ ਲਈ ਅਤੇ ਚੌਥਾ ਆਪਣੇ ਕੋ ਭਾਈਚਾਰਾ ਯਾਨੀ ਕਿ ਫਰੈਟਰਨਿਟੀ ਕਿਸ ਵਾਸਤੇ? ਤਾਂ ਕਿ ਦੇਸ਼ ਦੀ ਅਖੰਡਤਾ ਤੇ ਏਕਤਾ ਨੂੰ ਬਣਾਏ ਰੱਖੀਏ। ਫਰੈਟਰਨਿਟੀ ਅਸ਼ੋਰਿੰਗ ਦੀ ਡਿਗਨਿਟੀ ਆਫ ਇੰਡੀਵਿਜੂਅਲ ਐਂਡ ਯੂਨਿਟੀ ਐਂਡ ਇੰਟੈਗ੍ਰਿਟੀ ਆਫ ਦੀ ਨੇਸ਼ਨ। ਇਹ ਸੀ ਆਪਣਾ 3 ਪਾਰਟ ਤੇ ਚੌਥਾ ਪਾਰਟ ਆਪਣਾ ਕੀ ਆ ਰਿਹਾ ਹੈ ਕਿ ਇਨੈਕਟਡ ਕਦੋਂ ਅਸੀਂ ਇਸ ਨੂੰ ਪਾਸ ਕੀਤਾ? 26 ਨਵੰਬਰ 1949 ਨੂੰ। ਹੁਣ ਦੇਖੀਏ ਮੈਂ ਦੇਖਿਆ ਚਾਰੇ ਪਾਰਟਸ ਤੁਹਾਨੂੰ ਦੱਸੇ। ਪਹਿਲਾ ਆਪਾਂ ਨੂੰ ਕੀ ਪ੍ਰੋਵਾਈਡ ਕਰਦਾ? ਸੰਵਿਧਾਨ ਨੂੰ ਅਥਾਰਟੀ ਯਾਨੀ ਕਿ ਅਸੀਂ ਦੇ ਭਾਰਤ ਦੇ ਲੋਕ ਸਭ ਤੋਂ ਜੇਕਰ ਪਾਵਰਫੁਲ ਗੱਲ ਕਰੀਏ ਕੌਣ ਨੇ? ਸੰਵਿਧਾਨ ਦੇ ਪ੍ਰੀਐਂਬਲ ਦੇ ਵਿੱਚ ਲਿਖਿਆ ਗਿਆ ਕਿ ਪੀਪਲ ਆਫ ਇੰਡੀਆ ਵੀ ਦਾ ਪੀਪਲ ਆਫ ਇੰਡੀਆ। ਦੂਸਰਾ ਅਸੀਂ ਚੰਗੀ ਤਰ੍ਹਾਂ ਸਮਝਾਂਗੇ ਸੋਵਰਨ ਯਾਨੀ ਕਿ ਪ੍ਰਭੂ ਸੱਤਾ ਕੀ ਆ? ਪ੍ਰਭੂ ਸੱਤਾ ਦਾ ਮਤਲਬ ਕੀ ਹੁੰਦਾ? ਸੋਵਰਨ ਯਾਨੀ ਕਿ ਕੀ ਮਤਲਬ ਆਪਣੇ ਕੋ ਯਾਨੀ ਕਿ ਮੈਂ ਦੱਸਿਆ ਪ੍ਰਭੂ ਸੱਤਾ। ਪ੍ਰਭੂ ਸੱਤਾਧਾਰੀ ਤੋਂ ਮਤਲਬ ਕੀ ਆ? ਪ੍ਰਭੂ ਸੱਤਾਧਾਰੀ ਉਹ ਰਾਜ ਦੀ ਗੱਲ ਹੋ ਰਹੀ ਆ ਜਿਹੜਾ ਸੰਪੂਰਨ ਸੁਤੰਤਰ ਰਾਜ ਆ, ਠੀਕ ਹੈ, ਜਿਹੜਾ ਕਿ ਕਿਸੇ ਵੀ ਰਾਜ ਦੇ ਨਿਯੰਤਰਣ ਤੋਂ ਬਿਲਕੁਲ ਹੀ ਆਜ਼ਾਦ ਹੈ, ਠੀਕ ਹੈ, ਆਪਣੇ ਜਿੰਨੇ ਵੀ ਮਤਲਬ ਅੰਦਰੂਨੀ ਮਾਮਲਿਆਂ ਲਈ ਸਰਵਸ਼੍ਰੇਸ਼ਠ ਆ, ਠੀਕ ਹੈ, ਦੇਸ਼ ਵਿਦੇਸ਼ ਨੀਤੀਆਂ ਲਈ ਸਮਰਥ ਆ। ਉਹ ਕਿਹੜਾ ਆਪਣੇ ਕੋ ਆ ਜਾਂਦਾ? ਸੋਵਰਨ ਸਟੇਟ ਯਾਨੀ ਕਿ ਜਿਹੜਾ ਕਿਸੇ ਵੀ ਕੰਟਰੀ ਦੇ ਅੰਡਰ ਨਹੀਂ, ਹੁਣ ਆਜ਼ਾਦ ਆ, ਆਪਣੇ ਫੈਸਲੇ ਖੁਦ ਲੈ ਸਕਦਾ, ਉਹਨੂੰ ਆਪਾਂ ਕੀ ਕਹਿੰਦੇ ਆ? ਸੋਵਰਨ ਸਟੇਟ ਯਾਨੀ ਕਿ ਪ੍ਰਭੂ ਸੱਤਾਧਾਰੀ। ਤੇ ਦੂਜਾ ਆਪਣੇ ਕੋ ਕੀ ਆ ਜਾਂਦਾ? ਸੋਸ਼ਲਿਸਟ। ਸੋਸ਼ਲਿਸਟ ਦਾ ਹੁਣ ਮਤਲਬ ਕੀ ਆ? ਪਾਰਟ ਜਿਵੇਂ ਕਿ ਆਪਣਾ ਕੀ ਆ ਗਿਆ? ਸੋਸ਼ਲਿਸਟ। ਸੋਸ਼ਲਿਸਟ ਤੋਂ ਜਿਵੇਂ ਕਿ ਤੁਸੀਂ ਜਾਣਦੇ ਹੋ ਸੋਸ਼ਲਿਸਟ ਦਾ ਅਰਥ ਹੈ ਸੰਪੰਨ ਸਮਾਜਵਾਦੀ। ਮਤਲਬ ਭਾਰਤ ਦੇ ਜਿੰਨੇ ਵੀ ਨਾਗਰਿਕ ਆ ਉਹਨਾਂ ਨੂੰ ਸਮਾਨ ਅਵਸਰ ਦਿੱਤਾ ਜਾਊਗਾ ਵਿਕਾਸ ਹੋਣ ਦੇ ਲਈ ਤਾਂ ਕਿ ਆਪਣਾ ਵਿਕਾਸ ਕਰ ਸਕਣ, ਠੀਕ ਹੈ। ਦੂਸਰਾ ਅਮੀਰ ਗਰੀਬ ਦੇ ਵਿੱਚ ਜ਼ਿਆਦਾ ਅੰਤਰ ਨਹੀਂ ਹੋਏਗਾ, ਕਿਸੇ ਵੀ ਤਰੀਕੇ ਦਾ ਸ਼ੋਸ਼ਣ ਨਹੀਂ ਹੋਗਾ। ਉਹ ਆਪਾਂ ਨੂੰ ਕੀ ਦੱਸਦਾ ਪਿਆ? ਸੋਸ਼ਲਿਸਟ ਯਾਨੀ ਕਿ ਸੰਪੰਨ ਸਮਾਜਵਾਦੀ। ਮੈਂ ਦੱਸਿਆ ਇਹਨਾਂ ਨੂੰ ਛੋਟੇ ਛੋਟੇ ਪੁਆਇੰਟਸ ਆ, ਬਸ ਆਪਾਂ ਉਹੀ ਯਾਦ ਰੱਖਣਾ। ਸੋਵਰਨ ਯਾਨੀ ਕਿ ਪ੍ਰਭੂ ਸੱਤਾ ਮਤਲਬ ਸਾਡਾ ਦੇਸ਼ ਬਿਲਕੁਲ ਆਜ਼ਾਦ ਆ, ਅਸੀਂ ਕਿਸੇ ਵੀ ਦੇਸ਼ ਦੇ ਨਿਯੰਤਰਣ ਦੇ ਵਿੱਚ ਨਹੀਂ ਹੈਗੇ। ਸੋਸ਼ਲਿਸਟ ਯਾਨੀ ਕਿ ਬਰਾਬਰ ਦਾ ਸਾਰਿਆਂ ਨੂੰ ਹੱਕ ਦਿੱਤਾ ਜਾਏਗਾ, ਬਰਾਬਰ ਦਾ ਅਵਸਰ ਦਿੱਤਾ ਜਾਏਗਾ ਵਿਕਾਸ ਕਰਨ ਦੇ ਲਈ। ਅਗਲਾ ਤੀਸਰਾ ਪੁਆਇੰਟ ਹੈ ਆਪਣਾ ਸੈਕੂਲਰ ਯਾਨੀ ਕਿ ਧਰਮ ਨਿਰਪੱਖ। ਜੇਕਰ ਸੈਕੂਲਰ ਦੀ ਗੱਲ ਕੀਤੀ ਜਾਵੇ ਧਰਮ ਨਿਰਪੱਖ, ਇੱਥੇ ਇਹਦਾ ਮਤਲਬ ਇਹ ਆ ਕਿ ਭਾਰਤ ਇੱਕ ਇਹੋ ਜਿਹਾ ਦੇਸ਼ ਹੋਏਗਾ ਜਿੱਥੇ ਸਾਰੇ ਧਰਮਾਂ ਨੂੰ ਬਰਾਬਰ ਦਾ ਰਾਈਟ ਮਿਲੇਗਾ, ਬਰਾਬਰ ਦੀ ਪ੍ਰੋਟੈਕਸ਼ਨ ਮਿਲੇਗੀ। ਉਹ ਕਿਹਦੇ ਵਿੱਚ ਆ ਗਿਆ ਆਪਣੇ ਕੋਲ? ਸੈਕੂਲਰ ਯਾਨੀ ਕਿ ਧਰਮ ਨਿਰਪੱਖ। ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਡੈਮੋਕ੍ਰੇਟਿਕ। ਡੈਮੋਕ੍ਰੇਟਿਕ ਦਾ ਅਰਥ ਹੈ, ਠੀਕ ਹੈ, ਪ੍ਰਜਾਤੰਤਰ। ਪ੍ਰਜਾਤੰਤਰ ਦਾ ਮਤਲਬ ਕਿ ਪ੍ਰਜਾ ਨੇ ਦੋ ਤਰ੍ਹਾਂ ਦੀ ਵੈਸੇ ਹੁੰਦੀ, ਮੈਂ ਤੁਹਾਨੂੰ ਦੱਸ ਦੇਣਾ, ਇੱਕ ਹੁੰਦੀ ਡਾਇਰੈਕਟ, ਇੱਕ ਹੁੰਦੀ ਆਪਣੇ ਕੋਲ ਇਨਡਾਇਰੈਕਟ। ਆਪਣੇ ਜਿਹੜੀ ਇੰਡੀਆ ਦੇ ਵਿੱਚ ਆ ਉਹ ਇਨਡਾਇਰੈਕਟ ਡੈਮੋਕ੍ਰੇਸੀ ਆ, ਜਿਹਦੇ ਵਿੱਚ ਕੀ ਕਰਦੇ ਪਏ ਨੇ ਲੋਕ ਆਪਣੀ ਪਾਵਰਸ ਨੂੰ ਤੇ ਵਰਤ ਰਹੇ ਨੇ, ਆਪਣੀਆਂ ਤਾਕਤ ਨੂੰ ਵਰਤਦੇ ਨੇ, ਪਰ ਕਿਹਦੇ ਥਰੂ? ਆਪਣੀ ਵੋਟ ਦੇ ਥਰੂ, ਆਪਣੇ ਰਿਪਰੈਜ਼ੈਂਟੇਟਿਵ ਦੇ ਥਰੂ। ਅਸੀਂ ਕੀ ਕਰਦੇ? ਆਪਣੀ ਵੋਟ ਯਾਨੀ ਕਿ ਆਪਣੀ ਪਾਵਰ ਕਿਹਨੂੰ? ਇੱਕ ਬੰਦੇ ਨੂੰ ਦੇ ਦਿੱਤੀ। ਜੇਕਰ ਤੁਸੀਂ ਐਮਐਲਏ ਦੀ ਗੱਲ ਕੀਤੀ, ਐਮਐਲਏ ਨੂੰ ਆਪਾਂ ਵੋਟ ਦੇ ਕੇ ਉਹਨੂੰ ਆਪਣੀ ਪਾਵਰਸ ਦੇ ਦਿੱਤੀ। ਹੁਣ ਉਹ ਸਾਡੇ ਲਈ ਕੰਮ ਕਰੇਗਾ, ਉਹ ਸਾਡਾ ਰਿਪਰੈਜ਼ੈਂਟੇਟਿਵ ਆ। ਉਹ ਚੀਜ਼ ਆ ਗਈ ਆਪਣੇ ਕੋਲ ਪ੍ਰਜਾਤੰਤਰ ਯਾਨੀ ਕਿ ਪ੍ਰਜਾ ਨੇ ਕੀ ਕੀਤਾ? ਪਾਵਰ ਡਿਸਟ੍ਰੀਬਿਊਟ ਕੀਤੀ। ਹੁਣ ਦੇਖੋ ਮੌਲਿਕ ਅਧਿਕਾਰ ਇਹੀ ਤੇ ਕਹਿੰਦਾ ਕਿ ਆਪਾਂ ਦੇ ਪਾਵਰ ਸਾਰੀ ਉਹਨਾਂ ਨੂੰ ਦੇ ਦਿੱਤੀ ਕਿ ਉਹੀ ਪਾਵਰ ਕਿਤੇ ਸਾਡੇ ਅਗੇਂਸਟ ਨਾ ਯੂਜ਼ ਹੋ ਜੇ, ਇਸ ਕਰਕੇ ਆਪਾਂ ਨੂੰ ਮੌਲਿਕ ਅਧਿਕਾਰ ਯਾਨੀ ਕਿ ਫੰਡਾਮੈਂਟਲ ਰਾਈਟ ਦਿੱਤੇ ਗਏ। ਤੀਜਾ ਲਾਸਟ ਹੈ ਆਪਣੇ ਕੋਲ ਰਿਪਬਲਿਕ। ਰਿਪਬਲਿਕ ਨੂੰ ਸਮਝਣ ਲਈ ਮੈਂ ਦੋ ਚੀਜ਼ਾਂ ਦਾ ਨਾਮ ਕਹੂੰਗਾ, ਇੱਕ ਮੋਨਾਰਕ, ਇੱਕ ਰਿਪਬਲਿਕ। ਮੋਨਾਰਕ ਦਾ ਮਤਲਬ ਹੁੰਦਾ ਆ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਇੰਗਲੈਂਡ ਦੀ ਕੁਈਨ, ਹੁਣ ਜਿਸ ਤਰ੍ਹਾਂ ਉਹ ਰਾਣੀ ਅੱਗੋਂ ਉਹਦੇ ਬੱਚੇ ਰਾਜਾ, ਠੀਕ ਹੈ, ਸਪੋਜ਼ ਮੈਂ ਰਾਜਾ, ਮੇਰੇ ਬੱਚੇ ਰਾਜੇ, ਅੱਗੋਂ ਉਹਨਾਂ ਦੇ ਬੱਚੇ ਰਾਜੇ, ਹੈਰੀਡਿਟਰੀ ਕੰਟੀਨਿਊਸਲੀ ਉਹੀ ਚੀਜ਼ ਚੱਲਦੀ ਆ ਰਹੀ ਆ, ਠੀਕ ਹੈ। ਰਿਪਬਲਿਕ ਦੇ ਵਿੱਚ ਮਤਲਬ ਇਲੈਕਟਡ ਬਾਈ ਦੀ ਗਵਰਨਮੈਂਟ। ਹੁਣ ਆਪਾਂ ਰਿਪਬਲਿਕ ਕੌਣ? ਆਪਣਾ ਰਾਸ਼ਟਰਪਤੀ ਮਤਲਬ ਆਪਣਾ ਦੇਸ਼ ਆ ਜਿਹਦੇ ਵਿੱਚ ਪ੍ਰਧਾਨ ਮੰਤਰੀ ਇਲੈਕਟ ਕੀਤਾ ਜਾਂਦਾ ਕਿਹਨਾਂ ਦੁਆਰਾ? ਲੋਕਾਂ ਦੇ ਦੁਆਰਾ। ਇਸੇ ਤਰੀਕੇ ਨਾਲ ਰਾਸ਼ਟਰਪਤੀ ਇਲੈਕਟ ਕੀਤਾ ਜਾਂਦਾ ਕਿਹਨਾਂ ਦੇ ਦੁਆਰਾ? ਹੈਡ ਆਫ ਦੀ ਸਟੇਟ, ਜਿਹਨੂੰ ਆਪਾਂ ਕਹਿ ਦਿੱਤਾ ਆ ਹੈਡ ਆਫ ਦੀ ਗਵਰਨਮੈਂਟ, ਪ੍ਰਧਾਨ ਮੰਤਰੀ। ਹੈਡ ਆਫ ਦੀ ਸਟੇਟ ਕੌਣ? ਆਪਣਾ ਰਾਸ਼ਟਰਪਤੀ। ਕਿਹਨਾਂ ਦੇ ਦੁਆਰਾ ਇਲੈਕਟਡ ਕੀਤਾ ਗਿਆ? ਸਾਡੇ ਹੀ ਦੁਆਰਾ, ਲੇਕਿਨ ਇਨਡਾਇਰੈਕਟ ਇਲੈਕਸ਼ਨਸ ਦੇ ਥਰੂ। ਆਪਾਂ ਵੋਟ ਨਹੀਂ ਪਾਣਗੇ, ਸਾਡੇ ਰਿਪਰੈਜ਼ੈਂਟੇਟਿਵ ਨੇ ਉਹਨਾਂ ਨੂੰ ਵੋਟ ਪਾਈ।
ਉਹ ਸਾਰਾ ਕੀ ਆ ਗਿਆ ਆਪਣਾ ਰਿਪਬਲਿਕ ਜਾਨੀ ਕਿ ਗਣਰਾਜ। ਅਖੀਰ ਆਪਣੇ ਕੋ ਮੈਂ ਜਿਸ ਤਰ੍ਹਾਂ ਦੱਸਿਆ ਹੈ ਕਿ ਜਸਟਿਸ ਤੁਹਾਨੂੰ ਸਾਰਾ ਸਮਝ ਆ ਰਿਹਾ, ਠੀਕ ਹੈ। ਇਹ ਆਪਾਂ ਨੂੰ ਕੀ ਆਬਜੈਕਟਿਵ ਤੇ ਗੋਲ ਦੇ ਬਾਰੇ ਦੱਸਦਾ ਹੈ ਕਿ ਆਪਣੇ ਸੰਵਿਧਾਨ ਦਾ ਆਬਜੈਕਟਿਵ ਕੀ ਹੋਊਗਾ, ਕਿ ਸਮਾਜਿਕ ਆਰਥਿਕ ਤੇ ਰਾਜਨੀਤਿਕ ਨਿਆਂ, ਵਿਚਾਰ ਪ੍ਰਗਟਾਉਣ ਵਾਸਤੇ ਵਿਸ਼ਵਾਸ, ਧਰਮ ਤੇ ਉਪਾਸਨਾ ਦੀ ਸੁਤੰਤਰਤਾ ਰਹੇਗੀ, मतलब लिबर्टी ऑफ थॉट्स, एक्सप्रेशन, बिलीफ, फेथ एंड वर्शिप, इक्वालिटी मिलेगी, ਸਾਰਿਆਂ ਨੂੰ ਪ੍ਰਤਿਸ਼ਠਾ ਦੇ ਅਵਸਰ ਦੀ ਸਮਾਨਤਾ ਪ੍ਰਾਪਤ ਹੋਏਗੀ, ਫ੍ਰੈਟਰਨਿਟੀ ਯਾਨੀ ਕਿ ਭਾਈਚਾਰੇ ਦੇ ਥਰੂ ਆਪਾਂ ਕੀ ਕਰਾਂਗੇ, एकता, देश ਦੀ ਰਾਸ਼ਟਰ ਦੀ ਅਖੰਡਤਾ ਤੇ ਏਕਤਾ ਨੂੰ ਸੁਰੱਖਿਆ ਮਿਲੇਗੀ। ਇਹ ਸਾਰੀਆਂ ਚੀਜ਼ਾਂ ਆਪਾਂ ਐਡ ਆਨ ਕੀਤੀਆਂ ਕਿਹੜੇ ਵਿੱਚ, ਥਰਡ ਪੁਆਇੰਟਸ ਦੇ ਵਿੱਚ। ਤੇ ਚੌਥਾ ਜਿਵੇਂ ਮੈਂ ਦੱਸਿਆ ਕਿ 26 ਨਵੰਬਰ 1949 ਨੂੰ ਆਪਣਾ ਸੰਵਿਧਾਨ ਪਾਸ ਹੋ ਗਿਆ ਸੀ। ਹੁਣ ਇੱਕ ਲਾਸਟ ਚੀਜ਼ ਮੈਂ ਦੱਸਦਾ ਕਿ ਸੋਧ ਦੀ ਗੱਲ ਕੀਤੀ ਜਾਵੇ, ਯਾਨੀ ਕਿ ਸੰਵਿਧਾਨਿਕ ਸੋਧ ਕਿੰਨੀ ਵਾਰ ਹੋਇਆ। ਅੱਜ ਤੱਕ ਪ੍ਰੀਐਂਬਲ ਯਾਨੀ ਕਿ ਪ੍ਰਸਤਾਵਨਾ ਕੇਵਲ ਇੱਕੋ ਵਾਰ ਕੀਤਾ ਗਿਆ, ਉਹ ਵੀ ਕਿਹੜੀ ਸੀ, ਆਪਣੇ ਕੋਲ 42ਵੀਂ 42nd ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ 1976 ਦੇ ਥਰੂ ਆਪਾਂ ਕੀ ਕੀਤਾ, ਇਸ ਨੂੰ ਸੰਵਿਧਾਨਿਕ ਸੋਧ ਕੀਤਾ ਕਿ ਅਮੈਂਡ ਕੀਤਾ। ਇਸ ਅਮੈਂਡਮੈਂਟ ਦੇ ਵਿੱਚ ਕੀ ਕੀਤਾ ਗਿਆ ਹੈਗਾ, 1976 ਦੇ ਦੌਰਾਨ 3 ਸ਼ਬਦ ਐਡ ਆਨ ਕੀਤੇ ਗਏ ਸੀ, ਕਿਹੜੇ ਕਿਹੜੇ, ਸੋਸ਼ਲਿਸਟ ਯਾਨੀ ਕਿ ਸੰਪੰਨ ਸਮਾਜਵਾਦੀ, देन अपने को आ गया अपना सैकुलर यानी कि धर्म निरपक्ष, ते तीसरा शब्द जेड़ा ऐड ऑन किया गया ही वो भी अपना इंटेग्रिटी यानी कि अखंडता देश दी। ये 3 शब्दां नूं 1976 दे विच ऐड ऑन किया गया। ते आज जेकर प्रश्न पूछा जाता कि अपना प्रस्तावना कितनी बार अज तक संविधानिक सोध की गई है, तो अपना आंसर होगा इक्को बार अज तक आपां ओनली वंस ਆਪਾਂ ਇਹਨੂੰ ਸੋਧ ਕੀਤਾ। ਦੇਖੋ ਇਹ ਸੀ ਆਪਣਾ ਪੂਰਾ ਪ੍ਰੀਐਂਬਲ ਯਾਨੀ ਕਿ ਪ੍ਰਸਤਾਵਨਾ ਦੇ ਬਾਰੇ। ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਰਾ ਸਮਝ ਆਇਆ ਹੋਊਗਾ। ਆਪਾਂ ਹੋਰ ਵੀ ਡਿਟੇਲ ਦੇ ਵਿੱਚ ਜਾ ਸਕਦੇ ਸੀ ਕਿ ਜਿਵੇਂ ਆਪਾਂ ਗੱਲ ਕਰਦੇ ਕਿ ਜਸਟਿਸ ਆਪਣਾ ਕਿੱਥੋਂ ਲਿਆ ਗਿਆ, ਠੀਕ ਹੈ। ਜਸਟਿਸ ਦੀ ਜਿਹੜੀ ਹੀ ਆਪਣੀ ਰਸ਼ੀਅਨ ਰੈਵੋਲੂਸ਼ਨ ਤੋਂ ਹੀਗੀ, ਉਸ ਤੋਂ ਬਾਅਦ ਆਪਣਾ ਲਿਬਰਟੀ, ਫ੍ਰੈਟਰਨਿਟੀ, ਇਹ ਸ਼ਬਦ ਕਿੱਥੋਂ, ਇਕੁਐਲਿਟੀ ਕਿੱਥੋਂ ਲੈ ਗਏ, ਫ੍ਰੈਂਚ ਰੈਵਲ। ਲੇਕਿਨ ਆਪਣੇ ਪੇਪਰ ਦੇ ਵਿੱਚ ਇੰਨੇ ਡਿਟੇਲ ਦੇ ਵਿੱਚ ਜਾਣ ਦੀ ਲੋੜ ਨਹੀਂ ਜਾਂ ਕੇਸ ਸਟੱਡੀ ਕਰਨ ਦੀ ਜ਼ਰੂਰਤ ਹੈ ਨਹੀਂ। ਇਸ ਕਰਕੇ ਉਹਨਾਂ ਹੀ ਪੜ੍ਹੋ ਜੋ ਆਪਣੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ। ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਲੈਕਚਰ ਵਧੀਆ ਲੱਗਿਆ ਹੋਊਗਾ। ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ। ਬਾਕੀ ਜੇਕਰ ਕੋਈ ਵੀ ਆਨਲਾਈਨ ਸੈਸ਼ਨ ਦੇ ਦੌਰਾਨ ਤੁਹਾਨੂੰ ਕੋਈ ਵੀ ਕੁਐਰੀ ਹੈ, ਉਹ WhatsApp ਨੰਬਰ ਅਸੀਂ ਦੇ ਰੱਖਿਆ, ਤੁਸੀਂ ਕਿਸੇ ਵੇਲੇ ਆਪਾਂ ਨੂੰ ਕੋਈ ਵੀ ਕੁਐਸਚਨ ਕਰ ਸਕਦੇ ਹੋ। ਇਹ ਤੀਜਾ ਬੈਚ ਆਪਾਂ ਸ਼ੁਰੂ ਕਰਨ ਜਾ ਰਹੇ ਨੇ। ਆਲਰੇਡੀ 2 ਬੈਚ ETT ਦੇ ਚੱਲਦੇ ਪਏ ਨੇ, ਤੀਸਰਾ ਬੈਚ ਆਪਾਂ ਘੱਟ ਕੀਮਤ ਦੇ ਉੱਤੇ ਤੇ ਵਧੀਆ ਐਜੂਕੇਸ਼ਨ ਪ੍ਰੋਵਾਈਡ ਕਰ ਰਹੇ ਹਾਂ ਤੇ ਪੂਰਾ ਸਟੱਡੀ ਮਟੀਰੀਅਲ, ਡੇਲੀ ਟੈਸਟ ਦੇਣੇ ਹੋਣਗੇ, ਆਨਲਾਈਨ ਹੀ ਆਪਾਂ ਟੈਸਟ ਲਵਾਂਗੇ। ਜਿਹੜਾ ਵੀ ਟੌਪਿਕ ਆਪਾਂ ਸਪੋਜ਼ ਮੈਂ ਤੁਹਾਨੂੰ ਅੱਜ ਇਹ ਟੌਪਿਕ ਕਰਾ ਦਿੱਤਾ, ਇਹਦਾ ਮਤਲਬ ਇਹਦਾ ਟੈਸਟ ਤੁਹਾਨੂੰ ਅੱਜ ਮੈਂ ਜਿਵੇਂ ਤੁਹਾਨੂੰ ਕਰਾਇਆ ਪ੍ਰਸਤਾਵਨਾ ਕਰਾਇਆ, ਇਹਦਾ ਮਤਲਬ ਇਹ ਟੈਸਟ ਤੁਹਾਨੂੰ ਰਾਤ ਤੱਕ ਅਵੇਲੇਬਲ ਹੋ ਜਾਏਗਾ। ਤੁਸੀਂ ਉਸ ਤੋਂ ਚਾਹੇ ਉਸੇ ਵੇਲੇ ਕਰ ਲਓ ਜਾਂ ਪੜਨ ਤੋਂ ਬਾਅਦ ਕਿਸੇ ਵੇਲੇ ਉਸ ਨੂੰ ਅਟੈਂਪਟ ਕਰ ਸਕਦੇ ਹੋ। ਤੁਹਾਡੇ ਆਨਸਰਸ ਨਾਲ ਹੀ ਸਾਡੇ ਕੋਲ ਵੀ ਆ ਜਾਣਗੇ ਔਰ ਨਾਲ ਦੇ ਨਾਲ ਤੁਹਾਨੂੰ ਵੀ ਆਨਸਰ ਪਤਾ ਲੱਗ ਜਾਣਗੇ ਕਿ ਤੁਹਾਡੇ ਨੰਬਰ ਕਿੰਨੇ ਆ ਰਹੇ ਨੇ ਤੇ ਤੁਸੀਂ ਕਿੰਨਾ ਲੈਵਲ ਆਪਣਾ ਵਧਿਆ, ਉਹ ਵੀ ਆਪਣਾ ਜੱਜ ਕਰ ਸਕਦੇ ਹੋ ਕਿ ਆਪਣੀ ਲੈਵਲ ਇਸ ਤਰੀਕੇ ਨਾਲ ETT ਦੀ ਤਿਆਰੀ ਵਾਸਤੇ ਚੱਲ ਰਿਹਾ। ਇਹ ਸੀ ਸਾਰਾ ਦਾ ਸਾਰਾ ਸਾਡਾ ਸਿਵਿਕ ਦਾ ਟੌਪਿਕ, ਕਿਸ ਤਰੀਕੇ ਨਾਲ ਆਪਾਂ ਤਿਆਰੀ ਕਰਨੀ। ਥੈਂਕ ਯੂ ਸੋ ਮਚ। ਲਾਈਕ ਤੇ ਕਮੈਂਟ ਜਰੂਰ ਕਰਿਓ।